ਹੈਲੋ ਐਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੈਂ ਰੋਜ਼ ਸੇਠੀ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਇਆ ਕੁਝ ਅਪਡੇਟ ਲੈ ਕੇ ਉਹ ਕੰਟਰੀ ਬਾਰੇ ਜਿਹੜਾ ਕਿ ਕੁਝ ਸੈਗਮੈਂਟ ਆਫ ਪਾਪੂਲੇਸ਼ਨ ਬੜੀ ਬੇਸਬਰੀ ਨਾਲ ਇਨਫੋਰਮੇਸ਼ਨ ਦੀ ਵੇਟ ਕਰਦੀ ਪਈ ਹੈ, ਕਿਉਂਕਿ ਬਹੁਤ ਦੇਰ ਤੋਂ ਉਹ ਕੰਟਰੀ ਸ਼ਾਂਤ ਸੀਗਾ ਤੇ ਕੁਝ ਸੈਗਮੈਂਟ ਆਫ ਪਾਪੂਲੇਸ਼ਨ ਉਹਨੂੰ ਐ ਡਿਸਕਾਰਡ ਕਰਦੀ ਹੈ ਵੀ ਉਹ ਸਾਡੀ ਪ੍ਰੋਫਾਈਲਾਂ ਤਾਂ ਜੀਨੀਅਸ ਵਰਗੀਆਂ ਹੈਗੀਆਂ, ਅਸੀਂ ਇਸ ਕੰਟਰੀ ਜਹਾਜ਼ ਨਹੀਂ ਉੱਡਦੇ ਪਏ ਤਾਂ ਜਾਣਾ ਨਹੀਂ। ਵੈਲ ਮਾਈ ਰਿਸਪੌਂਸਿਬਿਲਿਟੀ ਇਜ਼ ਤੁਹਾਨੂੰ ਇਨਫੋਰਮੇਸ਼ਨ ਦੇਣਾ, ਤੁਸੀਂ ਯੂਜ਼ ਕਿਸ ਤਰ੍ਹਾਂ ਕਰਦੇ ਹੋ ਉਹ ਤੁਹਾਡੀ ਕਾਬਲੀਅਤ, ਤੁਹਾਡੀ ਪ੍ਰੋਫਾਈਲ ਤੇ ਤੁਹਾਡੀ ਪ੍ਰਾਇੋਰਟੀ ਤੇ ਡਿਪੈਂਡ ਕਰਦਾ ਹੈ। ਬੜਾ ਸਿੰਪਲ ਜੀ ਚੀਜ਼ ਹੈਗੀ ਹੈ। ਤੇ ਹਾਂਜੀ, ਮੈਂ ਗੱਲ ਕਰਦਾ ਪਿਆ ਆਸਟ੍ਰੇਲੀਆ ਦੀ। ਆਸਟ੍ਰੇਲੀਆ ਜਿਹੜਾ 1.5 ਸਾਲ ਤੋਂ ਲਗਾਤਾਰ ਚੁੱਪ ਸੀਗਾ ਆਪਣੇ ਕੋਈ ਵੀ ਪਲਾਨ ਨੂੰ ਲੈ ਕੇ, ਕਿਵੇਂ ਉਹ ਇੱਥੋਂ ਬੱਚਿਆਂ ਨੂੰ ਵਾਪਸ ਬੁਲਾਊਗਾ। ਹੌਲੀ ਹੌਲੀ ਨਿਊਜ਼ ਆਉਂਦੀਆਂ ਜੀ ਉਹਨਾਂ ਦੇ ਪਾਇਲਟ ਪ੍ਰੋਜੈਕਟ ਸ਼ੁਰੂ ਹੋਏ ਹੈ। ਜਸਟ ਇੰਡੀਆ ਦਾ ਨਾਮ ਨਹੀਂ ਆਇਆ, ਹਜੇ ਵੀ ਨਹੀਂ ਇੰਡੀਆ ਦਾ ਨਾਮ ਆਇਆ ਜਿਹੜਾ ਅਗਸਤ ਚੱਲਦਾ ਪਿਆ ਹੈ, ਕਿਉਂਕਿ ਅੰਡਰਸਟੈਂਡ ਕਰਨਾ ਇੱਕ ਕੰਟਰੀ ਜਿੱਥੋਂ ਬੱਚਾ ਜਾ ਰਿਹਾ ਹੈ ਤੇ ਦੂਜਾ ਕੰਟਰੀ ਜਿੱਥੇ ਬੱਚਾ ਪਹੁੰਚ ਰਿਹਾ ਹੈ, ਉਹ ਜੇ ਦੋਨੋਂ ਤੰਦਰੁਸਤ ਹੋਣਗੇ ਤਾਂ ਹੀ ਦੋਨੋਂ ਜਗ੍ਹਾ ਇੱਕ ਫਲਾਈਟਸ ਆਉਣਗੀਆਂ ਤੇ ਜਾਣਗੀਆਂ। ਇੱਕ ਕੰਟਰੀ ਜਿੱਥੇ ਲੋਕੀ ਵੈਕਸੀਨੇਸ਼ਨ ਤੋਂ ਭੱਜਦੇ ਪਏ ਹੈ ਜਾਂ ਲਵਾਉਂਦੇ ਪਏ ਨੇ, ਆਪਣੇ ਆਪਣੇ ਮਾਈਂਡ ਸੈਟ ਹੈ, ਤੇ ਕਿਤੇ ਇੱਕ ਕੰਟਰੀ ਜ਼ੋਰ ਲਾਇਆ ਪਿਆ ਵੀ ਵੈਕਸੀਨੇਸ਼ਨ ਕਰ ਦਈਏ ਅਸੀਂ ਅਕਤੂਬਰ ਨਵੰਬਰ ਤੱਕ, ਤਾਂ ਕਿ ਟਰੈਵਲ ਖੋਲ ਦਈਏ। ਕਿਤੇ ਨਾ ਕਿਤੇ ਜਿਹੜਾ ਬੱਚਾ ਸਫ਼ਰ ਕਰਦਾ ਪਿਆ ਹੈਗਾ ਉਹ ਸਾਡੇ ਕੰਟਰੀ ਆਉਣ ਜੋਗਾ ਹੋ ਜੇ ਤੇ ਅਸੀਂ ਪਾਪੂਲੇਸ਼ਨ ਨੂੰ ਤਿਆਰ ਕਰ ਦਈਏ ਉਸ ਤਰੀਕੇ ਨਾਲ ਵੀ ਉਹ ਉਸ ਤੋਂ ਇੰਨਾ ਹਾਰਮਫੁਲ ਨਾ ਹੋਵੇ। ਇੱਥੇ ਛੋਟਾ ਜਿਹਾ ਐਗਜ਼ਾਮਪਲ ਕੈਨੇਡਾ ਨੂੰ ਲੈਂਦੇ ਹਾਂ। ਕੈਨੇਡਾ ਨੇ ਇਸ ਹਫ਼ਤੇ ਅਨਾਊਂਸਮੈਂਟ ਕਰਤੀ 5 ਜੁਲਾਈ ਤੋਂ ਬਾਅਦ ਜੇ ਤੁਹਾਡਾ ਫੁੱਲੀ ਵੈਕਸੀਨੇਟਡ ਹੈਗੇ ਹੋ ਤੁਹਾਨੂੰ ਹੋਟਲ ਕੁਆਰੰਟੀਨ ਦੀ ਵੀ ਲੋੜ ਨਹੀਂ ਪੈਣੀ। ਦੈਟ ਮੀਨਸ ਦੇ ਆਰ ਗੈਟਿੰਗ ਰੈਡੀ ਦੇਅਰ ਲੋਕਲ ਪਾਪੂਲੇਸ਼ਨ। ਕੋਈ ਨਵੀਂ ਪਾਪੂਲੇਸ਼ਨ ਜੇ ਆਉਂਦੀ ਹੈ ਇੰਡੀਆ ਤੋਂ ਜਾਂ ਕਿਸੇ ਹੋਰ ਦੇਸ਼ ਤੋਂ ਐਜ਼ ਅ ਸਟੂਡੈਂਟ ਬਣ ਕੇ, ਉਹਨਾਂ ਦੀ ਆਪਣੀ ਪਾਪੂਲੇਸ਼ਨ ਜਿਹੜੀ ਹੈ ਉਹ ਵੈਕਸੀਨੇਟਡ ਹੈ, ਕਿਤੇ ਨਾ ਕਿਤੇ ਖਤਰਾ ਘਟ ਜਾਂਦਾ, ਕਿਤੇ ਨਾ ਕਿਤੇ ਜਿਹੜਾ ਥ੍ਰੈਟ ਹੈ ਕੋਵਿਡ ਦਾ ਉਹ ਮਿਨੀਮਾਈਜ਼ ਹੋ ਜਾਂਦਾ ਹੈ। ਵੈਲ ਦੈਟਸ ਅ ਸਮਾਰਟ ਮੂਵ, ਆਈ ਮਸਟ ਸੇ ਦੈਟ। ਹੁਣ ਆਸਟ੍ਰੇਲੀਆ ਨੇ ਆ ਜਿਹੜਾ ਮੂਵ ਹੈ ਹੌਲੀ ਹੌਲੀ ਸ਼ੁਰੂ ਕੀਤਾ ਤੇ ਆਪਣੀ ਪਾਪੂਲੇਸ਼ਨ ਨੂੰ ਵੈਕਸੀਨੇਸ਼ਨ ਵਾਲੇ ਪਾਸੇ ਤੋਰਤਾ। ਲਾਸਟ ਵੀਕ ਇੱਕ ਨਿਊਜ਼ ਦਿੱਤੀ ਸੀ, ਇੱਕ ਪਲਾਨ ਲੈ ਕੇ ਆਏ ਨੇ ਇੰਟਰਨੈਸ਼ਨਲ ਸਟੂਡੈਂਟ ਅਰਾਈਵਲ ਪਲਾਨ। ਕੁਝ ਸਟੇਟ ਗਵਰਨਮੈਂਟਸ ਮਿਲ ਕੇ ਫੈਡਰਲ ਗਵਰਨਮੈਂਟ ਦੇ ਨਾਲ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਪਸ ਬੁਲਾਉਂਦੀਆਂ ਪਈਆਂ ਨੇ। ਅਗਸਤ ਦੇ ਵਿੱਚ ਪਲੈਨਿੰਗ ਹੈਗੀ ਹੈ ਐਂਡ ਸੋ ਔਨ। ਉਸੇ ਦਾ ਹੀ ਰੋਡ ਮੈਪ ਅੱਗੇ ਅਗੇਨ ਉਸ 'ਚ ਹਜੇ ਇੰਡੀਆ ਨਹੀਂ ਆਇਆ, ਉਹ ਲਿਸਟ ਵਿੱਚ ਇੰਡੀਆ ਬਿਲਕੁਲ ਨਹੀਂ ਆਇਆ, ਕਿਉਂਕਿ ਇੰਡੀਆ ਦਾ ਵੈਕਸੀਨੇਸ਼ਨ ਸਪੀਡ ਹਜੇ ਘੱਟ ਹੈ। ਬੜਾ ਕਲੀਅਰ ਏਜੰਡਾ ਉਹਨਾਂ ਦਾ, ਬਿਕੋਜ਼ ਦੇ ਆਰ ਪੁਟਿੰਗ ਲੋਟ ਆਫ ਸਟ੍ਰੈਸ ਔਨ ਵੈਕਸੀਨੇਸ਼ਨ ਐਂਡ ਨਥਿੰਗ ਐਲਸ। ਹੁਣ ਆ ਜਿਹੜਾ ਇੱਕ ਪੇਜ ਦਾ ਮੇਰੇ ਕੋਲ ਡਾਕੂਮੈਂਟ ਹੈਗਾ, ਇਹ ਰਿਲੀਜ਼ ਹੋਇਆ ਸੀ ਇਸ ਹਫ਼ਤੇ ਬਾਈ ਦ ਫੈਡਰਲ ਗਵਰਨਮੈਂਟ। ਇਹਨਾਂ ਨੇ ਪੂਰੇ ਦੇ ਪੂਰੇ ਪਲਾਨ ਨੂੰ 4 ਹਿੱਸਿਆਂ 'ਚ ਵੰਡਿਆ। ਆਈ ਰੀਡ ਆਊਟ ਦਾ ਹਾਈਲਾਈਟਸ ਟੂ ਯੂ। ਉਹ ਕਹਿੰਦੇ ਜੀ ਕਰੰਟ ਫੇਜ਼, ਵੈਕਸੀਨੇਟ, ਪ੍ਰੀਪੇਅਰ ਐਂਡ ਪਾਇਲਟ। ਇਹਦੇ ਵਿੱਚ ਜਿਹੜੇ ਮੁੱਖ ਨੇ ਜਿਹੜੇ ਨਾ ਕੰਟੀਨਿਊ ਟੂ ਸਪਰੈਸ ਦਾ ਵਾਇਰਸ ਫॉर द ਪਰਪਸ ਆਫ ਮਿਨੀਮਾਈਜ਼ਿੰਗ ਕਮਿਊਨਿਟੀ ਟ੍ਰਾਂਸਮਿਸ਼ਨ। ਵੈਕਸੀਨੇਸ਼ਨ ਤੇ ਜ਼ੋਰ ਲਾਉਣ ਨੂੰ ਕਿਹਾ ਹੈਗਾ। ਪੋਸਟ ਜਿਹੜਾ ਬੀ ਹੈਗਾ ਫੇਜ਼, ਪੋਸਟ ਵੈਕਸੀਨੇਸ਼ਨ ਫੇਜ਼, seek to minimize serious illness, hospitalization and fertility as a result of COVID-19। ਹੁਣ ਇਹਦੇ ਵਿੱਚ ਜਿਹੜੀ ਚੀਜ਼ਾਂ ਹਾਈਲਾਈਟ ਹੋਈਆਂ ਨੇ, introduce new reduced quarantine arrangements for vaccinated residents and vaccinate booster programs। ਅਗੇਨ ਪੋਸਟ ਵੈਕਸੀਨੇਸ਼ਨ ਫੇਜ਼ ਨੂੰ ਉਨੀ ਹੀ ਇੰਪੋਰਟੈਂਸ ਦਿੱਤੀ ਗਈ ਹੈਗੀ ਹੈ। ਥਰਡ ਫੇਜ਼ ਜਿਹੜਾ ਹੈਗਾ ਕੰਸੋਲੀਡੇਸ਼ਨ ਫੇਜ਼। ਇਸ 'ਚ ਮਈਅਰਸ ਕੀ ਲਿਖੇ ਹੈ, no lockdowns, continue vaccine booster program, exempt vaccinated resident from all domestic restrictions। ਜਿਹੜਾ ਅੱਜ UK 19 ਤਰੀਕ ਨੂੰ ਕਰਨ ਜਾ ਰਿਹਾ ਹੈ, exempt resident from all COVID ਦੇ precautions ਹੈ ਉਹਦੇ ਤੋਂ। allow increase capped entry of student, economic and humanitarian visa holders। ਇਹ ਫੇਜ਼ ਸੀ ਕੰਸੋਲੀਡੇਸ਼ਨ ਫੇਜ਼ ਦੇ ਵਿੱਚ ਆਣਾ ਸ਼ੁਰੂ ਹੋ ਗਿਆ। ਲਿਫਟ ਆਲ ਰਿਸਟ੍ਰਿਕਸ਼ਨਸ ਔਨ ਆਊਟਬਾਊਂਡ ਟਰੈਵਲ ਫॉर ਵੈਕਸੀਨੇਟਡ ਪਰਸਨਸ ਐਂਡ ਐਕਸਟੈਂਡ ਟਰੈਵਲ ਬਬਲ ਫॉर ਅਨਰਿਸਟ੍ਰਿਕਟਡ ਟਰੈਵਲ ਟੂ ਨਿਊ ਕੈਂਡੀਡੇਟ ਕੰਟਰੀਜ਼, ਸਿੰਗਾਪੁਰ, ਪੈਨ ਪੈਸੀਫਿਕ। ਐਂਡ ਦੈਨ ਫਾਈਨਲ ਫੇਜ਼ ਜਿਹੜਾ ਡੀ ਫੇਜ਼ ਹੈਗਾ, ਅਲਾਉ ਅਨਕੈਪਡ ਇਨਬਾਊਂਡ ਅਰਾਈਵਲ ਆਫ ਆਲ ਵੈਕਸੀਨੇਟਡ ਪਰਸਨਸ ਵਿਦਾਊਟ ਕੁਆਰੰਟੀਨ ਐਂਡ ਅਲਾਉ ਅਨਕੈਪ ਅਰਾਈਵਲ ਆਫ ਨਾਨ ਵੈਕਸੀਨੇਟਡ ਟਰੈਵਲਰਸ ਸਬਜੈਕਟ ਟੂ ਪ੍ਰੀ ਫਲਾਈਟ ਐਂਡ ਔਨ ਅਰਾਈਵਲ ਟੈਸਟਿੰਗ। ਹੁਣ ਆ 4 ਫੇਜ਼ ਦਾ ਰੋਡ ਮੈਪ ਤੁਹਾਨੂੰ ਅੰਬੈਸੀ ਦੀ ਵੈਬਸਾਈਟ, DHA ਦੀ ਵੈਬਸਾਈਟ ਤੇ ਮਿਲ ਜਾਏਗਾ। ਇੱਕ ਵਾਰ ਚੰਗੀ ਤਰ੍ਹਾਂ ਪੜ੍ਹਨਾ, ਇੱਕ ਵਾਰ ਚੰਗੀ ਤਰ੍ਹਾਂ ਦੇਖਣਾ। ਇਹਦਾ ਕੋਈ ਡੈਡਲਾਈਨ ਨਹੀਂ ਹੈਗਾ, ਬਟ ਦ ਗਵਰਨਮੈਂਟ ਇਜ਼ ਕਮਿਟਡ ਟੂ ਰਿਜ਼ਿਊਮ ਦ ਨੋਰਮਲੈਂਸੀ as soon as possible। देखो स्टूडेंट वीज़ा का जोड़ा मार्केट है ना, कल्ला तो स्टूडेंट ही नहीं, यूनिवर्सिटी नाल गवर्नमेंट्स बहुत सारी चीज़ां मिक्स होंदियां ने। इंटरनेशनल रिलेशनशिप का मुद्दा हैगा है एंड एवरी गवर्नमेंट वांट दैट जे उन्हां दी कोई इंडस्ट्री है, जिवें आपां बार-बार ये तो हुण तुहानूं भी पता लग गया होना, एजुकेशन उन्हां वास्ते एक एक्सपोर्ट इंडस्ट्री है, जिथे एजुकेशन नूं एक्सपोर्ट करते हैं टू द डिफरेंट नैशनल्स। वो हर्ट होंदी पई है। अपने अपने तरीके लोगों ने कड्डे, यूनिवर्सिटीज़ ने कड्डे, लोकल गवर्नमेंट्स ने कड्डे पूरी दुनिया दे विच, ताकि उन्होंने जिन्नी
ਜਿੰਨੀ ਜਲਦੀ ਹੋ ਸਕੇ ਉਹਨੂੰ ਰਿਟਰੀਵ ਜਾਂ ਉਹਨੂੰ ਸੇਮ ਮਾਡਲ ਤੇ ਲਿਆ ਕੇ ਐਟਲੀਸਟ ਰਨ ਥਰੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਸ਼ੁਰੂਆਤ ਕਰ ਦਿੱਤੀ ਜਾਵੇ। ਆਸਟ੍ਰੇਲੀਆ ਦੀ ਸ਼ੁਰੂਆਤ ਅੱਜ ਹੋ ਗਈ ਹੈ, ਪਰ ਆਸਟ੍ਰੇਲੀਆ ਨੂੰ ਲੈ ਕੇ ਕਿਤੇ ਨਾ ਕਿਤੇ ਹਜੇ ਵੀ ਲੋਕੀ ਜਿਹੜੇ ਹੈਗੇ ਆ ਸਟੂਡੈਂਟ ਕਿਤੇ ਨਾ ਕਿਤੇ ਆਪਣੇ ਦਿਮਾਗ 'ਚ ਇੱਕ ਮਾਈਂਡ ਬਲੌਕ ਬਣਾ ਕੇ ਬੈਠੇ ਹੋਏ ਆ। ਉਹਨੂੰ ਸਾਫ਼ ਕਰਨਾ ਨਾ ਕਰਨਾ ਤੁਹਾਡੀ ਆਪਣੀ ਉਹ ਹੈਗੀ ਹੈ ਪ੍ਰਾਇੋਰਟੀ। ਅਗੇਨ ਕਿਸੇ ਲਈ ਆਸਟ੍ਰੇਲੀਆ ਹੀ ਸਾਰਾ ਕੁਝ ਹੈ, ਜਿਹੜਾ ਕਹਿੰਦਾ ਮੈਂ ਆਸਟ੍ਰੇਲੀਆ ਹੀ ਜਾਣਾ ਹੈ, ਹੋਰ ਕਿਤੇ ਭੇਜੋ ਹੀ ਨਾ। ਇਹੋ ਜਿਹੇ ਵੀ ਸਟੂਡੈਂਟਸ ਹੈਗੇ ਨੇ ਜਿਹੜਾ ਕਹਿੰਦਾ ਨਹੀਂ ਹਜੇ ਨਹੀਂ ਜੀ ਆਸਟ੍ਰੇਲੀਆ ਨਹੀਂ, ਕਿਉਂਕਿ ਮੈਂ ਦੇਖਾਂਗਾ। ਅਗੇਨ ਦ ਪਾਵਰ ਆਫ ਐਕਸੈਪਟੈਂਸ, ਜਿਵੇਂ ਪਹਿਲਾਂ ਪਿਛਲੇ ਸ਼ੋਅ 'ਚ ਕਿਹਾ ਸੀ, ਯੂ ਹੈਵ ਟੂ ਐਕਸੈਪਟ ਵੇਅਰ ਯੂ ਵਾਂਟ ਟੂ ਗੋ। ਮਾਈ ਜੌਬ ਇਜ਼ ਵੈਰੀ ਸਿੰਪਲ ਟੂ ਗਿਵ ਦ ਇਨਫੋਰਮੇਸ਼ਨ ਟੂ ਯੂ ਐਜ਼ ਐਂਡ ਵੈਨ ਇਟ ਕਮਸ। ਦੈਟਸ ਵਾਟ ਆਈ ਆਲਵੇਜ਼ ਡੂ। ਹੁਣ ਆਸਟ੍ਰੇਲੀਆ ਦੇ ਜਨਵਰੀ ਇਨਟੇਕ ਦੀ ਪੋਸੀਬਿਲਿਟੀ ਵਾਸਤੇ ਤੁਸੀਂ ਕਾਉਂਸਲਿੰਗ ਲੈਣਾ ਚਾਹੁੰਦੇ ਹੋ, ਸਕਾਲਰਸ਼ਿਪਸ ਪੁੱਛਣਾ ਚਾਹੁੰਦੇ ਹੋ, ਤੁਹਾਡੇ ਕੋਲ ਗ੍ਰੈਜੂਏਸ਼ਨ ਦੇ ਵਿੱਚ ਅੱਛੇ ਮਾਰਕਸ ਹੈਗੇ ਨੇ ਐਕਸੈਪਟ ਯੋਰ BA, ਹੋਰ ਕਿਸੇ ਬੈਕਗ੍ਰਾਉਂਡ ਤੁਸੀਂ ਆਪਣੀ ਐਜੂਕੇਸ਼ਨ ਕੀਤੀ ਹੈਗੀ ਹੈ ਐਂਡ ਤੁਹਾਡੇ ਪਰਸੈਂਟੇਜ ਵਧੀਆ ਹੈ ਐਂਡ ਯੂ ਵਾਂਟ ਟੂ ਸੇਵ ਮਨੀ। ਸੀ ਬੜਾ ਸਿੰਪਲ ਹੈ। ਜੇ ਅੱਜ ਕਿਸੇ ਦਾ ਔਖਾ ਟਾਈਮ ਚੱਲਦਾ ਪਿਆ ਜਾਂ ਉਹਨੂੰ ਪਤਾ ਆਸਟ੍ਰੇਲੀਆ ਡਿਮਾਂਡ 'ਚ ਨਹੀਂ ਹੈਗਾ, ਉਹਨਾਂ ਦੀ ਮਜਬੂਰੀ ਕਿਸੇ ਦੀ ਓਪਰਚੁਨਿਟੀ ਜ਼ਰੂਰ ਬਣੇਗੀ। ਆਸਟ੍ਰੇਲੀਆ ਦੇ ਵਿੱਚ ਜਿਹੜਾ ਸਕਾਲਰਸ਼ਿਪ ਦੇ ਪਲਾਨ ਹੈ ਇਟਸ ਆਲਮੋਸਟ 30% ਤੇ ਆ ਚੁੱਕਿਆ ਹੈ। 10,000 ਦੀ ਫੀਸ 7,000 ਤੇ ਮਿਲਦੀ ਪਈ ਹੈ। ਟੌਪ ਯੂਨੀਵਰਸਿਟੀਜ਼ ਦੀ ਫੀਸ ਇੱਕ ਟੀਅਰ 2 ਔਰ ਐਵਰੇਜ ਯੂਨੀਵਰਸਿਟੀ ਜਿੰਨੀ ਆ ਚੁੱਕੀ ਹੈਗੀ ਹੈ। ਤਾਂ ਇਹ ਮੌਕਾ ਹੈ ਹਰੇਕ ਸਟੂਡੈਂਟ ਵਾਸਤੇ ਜੋ ਐਕਚੁਅਲ ਦੇ ਵਿੱਚ ਆਸਟ੍ਰੇਲੀਆ ਹੀ ਪਲਾਨ ਕਰਨਾ ਚਾਹੁੰਦਾ। ਜਨਵਰੀ ਇਨਟੇਕ ਵਾਸਤੇ ਆਪਣੀ ਕੁਐਰੀਜ਼ ਪਾਣੀਆਂ ਸ਼ੁਰੂ ਕਰੋ, ਆਪਣੇ ਕੁਐਸਚਨਸ ਪੁੱਛਣੇ ਸ਼ੁਰੂ ਕਰੋ, ਆਪਣੇ ਰੈਲੇਵੈਂਟ ਕੁਐਸਚਨ ਪੁੱਛਣੇ ਸ਼ੁਰੂ ਕਰੋ, ਨਾਟ ਦਾ ਪ੍ਰੋਸੈਸ। ਕਿਉਂਕਿ ਉਹ ਇੱਕ ਹੁੰਦਾ ਨਾ ਫਾਲਤੂ ਸਵਾਲ ਮੈਂ ਕਹਿ ਕੇ ਚੱਲਦਾ ਉਹਨੂੰ ਆਪਣੀ ਦੁਨੀਆ ਦੇ ਵਿੱਚ, ਕਿਉਂ ਕੀ ਹੋਏਗਾ ਕਿਵੇਂ ਚੱਲੇਗਾ, ਉਹ ਪ੍ਰੋਸੈਸ ਤੁਹਾਨੂੰ ਸਭ ਨੂੰ ਪਤਾ ਹੈ। ਇੰਟਰਨੈਟ ਦੇ ਉੱਤੇ ਜਾਂ ਇੰਨੇ ਆਫਿਸਿਸ ਤੁਸੀਂ ਜਾ ਚੁੱਕੇ ਹੋ, ਪ੍ਰੋਸੈਸ ਸਭ ਨੂੰ ਪਤਾ ਹੈ। ਆਪਣੇ ਪ੍ਰੋਫਾਈਲ ਦੇ ਰਿਲੇਟਡ ਸਵਾਲ ਪੁੱਛੋਗੇ ਤਾਂ ਹੀ ਤੁਹਾਨੂੰ ਆਪਣੇ ਪ੍ਰੋਫਾਈਲ ਲਈ ਵਾਧਾ ਜਾਂ ਸਹੀ ਸਵਾਲ ਮਿਲੇਗਾ। I have seen lot of students 2-2 ਘੰਟੇ ਵੇਟ ਕਰਕੇ ਮਿਲਦੇ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਪੁੱਛਣਾ ਕੀ ਹੈ। ਬਿਫੋਰ ਯੂ ਸਟਾਰਟ ਔਰ ਬਿਫੋਰ ਯੂ ਗੋ ਟੂ ਐਨੀ ਆਫਿਸ ਆਪਣੇ ਟਾਈਮ ਦਾ ਵੈਲਿਊ ਕਰੋ ਤੇ ਉਹਦੇ ਵਿੱਚ ਐਗਜ਼ੈਕਟ ਸਵਾਲ ਜਿਹੜੇ ਆਪਣੇ ਪ੍ਰੋਫਾਈਲ ਨੂੰ ਲੈ ਕੇ ਆਉਂਦੇ ਨੇ। ਐਕਸੈਪਟ ਦਾ ਪ੍ਰੋਫਾਈਲ, ਆਹ ਨੰਬਰ ਮਾੜੇ ਨੇ, ਆਹ ਨੰਬਰ ਚੰਗੇ ਨੇ, ਕੀ ਮੈਨੂੰ ਕੀ ਮਿਲ ਸਕਦਾ ਤੇ ਮੈਂ GTE ਦੇ ਨਾਲ ਕਿਵੇਂ ਕੰਪਲਾਈ ਕਰਾਂਗਾ। ਆਸਟ੍ਰੇਲੀਆ ਇਜ਼ ਆਲ ਅਬਾਊਟ GTE। ਵੀਜ਼ੇ ਦਿਖਾਣੇ ਹੋਣ ਤੁਹਾਨੂੰ ਦਿਖ ਜਾਣਗੇ, ਵੀਡੀਓਜ਼ ਦਿਖਾਣੀਆਂ ਹੋਣ ਤੁਹਾਨੂੰ ਦਿਖ ਜਾਣਗੀਆਂ, ਪਰ ਕੀ ਐਕਚੁਅਲ ਦੇ ਵਿੱਚ ਕਿਸੇ ਦੇ ਵੀਡੀਓ ਦਿਖਾਏ ਤੁਹਾਡੇ ਤੇ ਇੰਪੈਕਟ ਪਾਣਗੇ ਸਿਵਾਏ ਇੱਕ ਕੌਨਫੀਡੈਂਸ ਦੇ। ਅੱਜ ਦੀ ਡੇਟ ਕੌਨਫੀਡੈਂਸ ਜਿੰਨਾ ਟੈਕਨੀਕਲ ਹੋਗੇ ਉਨਾ ਆਉਂਦਾ ਹੈਗਾ। ਤਾਂ ਇਨ ਕੇਸ ਯੂ ਹੈਵ ਐਨੀ ਕੁਐਸਚਨ ਰਿਗਾਰਡਿੰਗ ਆਸਟ੍ਰੇਲੀਅਨ ਐਜੂਕੇਸ਼ਨ, ਆਈ ਐਮ ਟਰੈਵਲਿੰਗ ਨੈਕਸਟ ਵੀਕ। 12 ਤਰੀਕ ਨੂੰ ਅੰਮ੍ਰਿਤਸਰ ਆਫਿਸ ਦੇ ਵਿੱਚ, 13 ਤਰੀਕ ਨੂੰ ਮੋਗਾ ਆਫਿਸ ਦੇ ਵਿੱਚ, 14 ਤਰੀਕ ਚੰਡੀਗੜ੍ਹ ਆਫਿਸ ਐਂਡ 15 ਤਰੀਕ ਅੰਬਾਲਾ ਆਫਿਸ ਦੇ ਵਿੱਚ। I look forward to meeting you all with your questions related to your profiles rather ਕਿ ਜਨਰਿਕ ਪ੍ਰੋਫਾਈਲ ਲੈ ਕੇ ਭਾਜੀ ਪ੍ਰੋਸੈਸ ਕੀ ਹੋਏਗਾ। ਪ੍ਰੋਸੈਸ ਭਾਜੀ ਤੋਂ ਜ਼ਿਆਦਾ ਤੁਹਾਨੂੰ ਪਤਾ ਹੈਗਾ। ਆਪਣੇ ਟਾਈਮ ਤੇ ਮੇਰੇ ਟਾਈਮ ਦੀ ਕਦਰ ਪਾਉਂਦੇ ਹੋਏ ਅਗਲੇ ਹਫਤੇ ਜ਼ਰੂਰ ਮਿਲਾਂਗੇ ਐਗਜ਼ੈਕਟ ਕੁਐਸਚਨ ਦੇ ਨਾਲ, ਐਗਜ਼ੈਕਟ ਕੁਐਰੀਜ਼ ਦੇ ਨਾਲ। ਥੈਂਕ ਯੂ ਵੈਰੀ ਮਚ। ਆਪਣਾ ਧਿਆਨ ਰੱਖੋ ਜੀ।